ਕੱਲ ਜਿਹੜਾ ਗੁਰਮੁਖ ਪਿਆਰਾ ਗਰੁੱਪ ਵਿੱਚੋਂ ਲੈਫਟ ਹੋਇਆ ਸੀ, ਪਰਮਿੰਦਰ ਸਿੰਘ, ਅੱਜ ਥੋੜ੍ਹਾ ਜਿਹਾ ਰਾਈਟ ਹੋ ਗਿਆ। ਅੱਜ ਉਹਨੇ ਮੈਸੇਜ ਕਰਕੇ ਕਿਹਾ ਹੈ, ਬਾਬਾ ਜੀ ਕੋਟਨ ਕੋਟ ਧੰਨਵਾਦ, ਮੇਰੇ ਅਹੰਕਾਰ 'ਤੇ ਚੋਟ ਕਰ ਲਈ। ਬਹੁਤ ਖੁਸ਼ੀ ਹੋਈ ਜੀ। ਪਰ ਇਸ ਹੰਕਾਰ ਨੂੰ ਬਚਾਉਣ ਵਾਸਤੇ ਉਹਨਾਂ ਨੇ ਥੱਲੇ ਇੱਕ ਆਡੀਓ ਰਿਕਾਰਡਿੰਗ ਵੀ ਪਾਈ ਹੋਈ ਹੈ। ਉਹਦੇ ਵਿੱਚ ਸਪਸ਼ਟੀਕਰਨ ਦਿੱਤਾ ਹੈ ਕਿ ਮੈਂ ਇਹ ਨਹੀਂ ਸੀ ਕਿਹਾ ਕਿ ਗਿਆਨ ਖਤਮ, ਮੈਂ ਤੇ ਇਹ ਕਿਹਾ ਸੀ ਕਿ ਮੇਰਾ ਗਿਆਨ ਖਤਮ। ਸਪਸ਼ਟੀਕਰਨ ਉਹੋ ਹੀ ਆਦਮੀ ਕਰਦਾ ਹੈ, ਦਿੰਦਾ ਹੈ, ਜਿਹੜਾ ਆਪਣੇ ਹੰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਨਹੀਂ ਤੇ ਦੇਣ ਦੀ ਲੋੜ ਹੀ ਨਹੀਂ ਹੈ। ਅਹੰਕਾਰ ਨੂੰ ਖਿਆਲ ਵਿੱਚ ਰੱਖੋ, ਇਹਦਾ ਕਰਕੇ ਹੀ ਤੁਸੀਂ ਦੁੱਖ ਵੀ ਪਾਉਂਦੇ ਹੋ। ਸੰਸਾਰ ਦੇ ਨਾਲ ਬੰਧੇ ਹੋਏ ਹੋ ਤੇ ਇਹਨੂੰ ਛੱਡਣਾ ਵੀ ਨਹੀਂ ਚਾਹੁੰਦੇ ਹੋ, ਇਹਨੂੰ ਬਚਾਉਂਦੇ ਵੀ ਹੋ। ਹਰ ਵਕਤ ਹਰ ਸਮੇਂ ਹੀ ਆਦਮੀ ਅਹੰਕਾਰ ਨੂੰ ਬਚਾਉਂਦਾ ਹੈ। ਬਿਨਾਂ ਬਚਾਇਆ ਅਹੰਕਾਰ ਰਹਿ ਨਹੀਂ ਸਕਦਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਅਗਰ ਤੁਸੀਂ ਬਚਾਓਗੇ ਨਾ ਤੇ ਆਪਣੇ ਆਪ ਹੀ ਮਿਟਦਾ ਰਹਿੰਦਾ ਹੈ। ਪਰ ਆਦਮੀ ਬਚਾਉਂਦਾ ਹੈ, ਸੰਭਾਲਦਾ ਹੈ ਆਪਣੇ ਆਪ ਨੂੰ ਵੀ ਮੈਂ ਠੀਕ ਹਾਂ, ਕਿਸ ਜਗ੍ਹਾ 'ਤੇ ਠੀਕ ਹਾਂ ਨਾ, ਕਿਸ ਜਗ੍ਹਾ 'ਤੇ ਗਲਤ ਵੀ ਹੋਵਾਂਗਾ। ਤੋ ਠੀਕ ਜੋ ਹਾਂ, ਉਹਦੇ ਸਹਾਰੇ ਅਹੰਕਾਰ ਬਚਦਾ ਹੈ। ਖਿਆਲ ਵਿੱਚ ਰੱਖੋ। ਇਹਨਾਂ ਦਾ ਟੈਲੀਫੋਨ ਵੀ ਆਇਆ ਸੀ ਥੋੜ੍ਹੀ ਦੇਰ ਪਹਿਲੇ, ਤੇ ਇਹਨਾਂ ਨੇ ਕਿਹਾ ਸੀ ਵੀ ਮੈਂ ਪਹਿਲਾਂ ਓਸ਼ੋ ਧਾਰਾ ਦੇ ਵਿੱਚ ਸਾਧਨਾ ਕਰਦਾ ਰਿਹਾ, ਫਿਰ ਬਾਬਾ ਸੇਵਾ ਸਿੰਘ ਦੇ ਉੱਥੇ ਸਾਧਨਾ ਕਰਦੇ ਹੋਣਗੇ, ਤੇ ਕਾਫੀ ਸਮੇਂ ਤੋਂ ਮੈਂ ਸਾਧਨਾ ਕਰਦਾ ਹਾਂ। ਹੁਣ ਸਰੀਰ ਦੇ ਵਿੱਚ ਥੋੜ੍ਹੀ ਜਿਹੀ ਵੀਕਨੈਸ ਹੋਣ ਲੱਗ ਗਈ ਹੈ, ਤੇ ਸਾਧਨਾ ਨਾ ਹੋ ਰਹੀ ਹੋਵੇਗੀ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਕਈ ਤੇ ਪਹਿਲਾਂ ਵੀ ਬਹੁਤ ਵਾਰਾਂ ਵੀ ਬਹੁਤ ਜਗ੍ਹਾ ਸਾਧਨਾਵਾਂ ਕਰਾਈਆਂ ਜਾਂਦੀਆਂ ਹਨ, ਸ਼ਿਵਰ ਵੀ ਲੱਗਦੇ ਹਨ, ਸਾਧਨਾ ਕਰਾਈਆਂ ਜਾਂਦੀਆਂ ਹਨ। ਪਰ ਕਰਾਈਆਂ ਕਿਉਂ ਜਾ ਰਹੀਆਂ ਹਨ? ਵੀ ਤੁਹਾਨੂੰ ਆਨੰਦ ਮਿਲ ਜਾਊਗਾ, ਪਰਮਾਤਮਾ ਮਿਲ ਜਾਊਗਾ, ਤੁਸੀਂ ਮੁਕਤ ਹੋ ਜਾਓਗੇ, ਇਹੋ ਕਹਿੰਦੇ ਹਨ ਨਾ। ਤੇ ਕਈ ਤੇ ਸੋਚਦੇ ਹਨ ਵੀ ਪ੍ਰਕਾਸ਼ ਦਿਖਣ ਲੱਗ ਜਾਂਦਾ ਹੈ, ਅਨਹਦ ਨਾਦ ਸੁਣਨ ਲੱਗ ਜਾਂਦਾ ਹੈ। ਇਸ ਖਿਆਲ ਨੂੰ ਰੱਖ ਕੇ ਵੀ ਸਾਧਨਾ ਕਰਦੇ ਰਹਿੰਦੇ ਆ। ਤੇ ਸਾਧਨਾ ਕੁਛ ਪਾਉਣ ਵਾਸਤੇ ਕਰਨੀ ਹੈ,
ਪਰ ਮੈਂ ਇੱਥੇ ਥੋੜ੍ਹੀ ਜਿਹੀ ਉਲਟੀ ਗੱਲ ਕਹਿ ਰਿਹਾ। ਮੈਂ ਕਹਿੰਦਾ ਹਾਂ ਸਾਧਨਾ ਜਿਹੜੀ ਹੈ ਨਾ, ਪਾਉਣ ਵਾਸਤੇ ਨਹੀਂ ਕਰਨੀ, ਗਵਾਉਣ ਵਾਸਤੇ ਕਰਨੀ, ਮਿਟਾਉਣ ਵਾਸਤੇ ਕਰਨੀ। ਇਹੋ ਗੱਲ ਸਾਧਾਰਣਤଃ ਜਿਹੜੇ ਧਾਰਮਿਕ ਲੋਕ ਹਨ ਉਹਨਾਂ ਨੂੰ ਸਮਝ ਵਿੱਚ ਨਹੀਂ ਆਉਂਦੀ, ਪਰ ਹੈ ਬਹੁਤ ਹੀ ਸੁਖਾਲੀ। ਖਿਆਲ ਵਿੱਚ ਰੱਖੋ, ਜਿਵੇਂ ਕੱਲ੍ਹ ਹੀ ਬਾਬੇ ਨਾਨਕ ਦੀ ਇੱਕ ਪੰਗਤੀ ਹੈ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੂਖੈ ਖਾਏ ਚੱਲੀ ਇਹ ਦੁੱਖ। ਵੀ ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਹੈ ਨਾ, ਉਹ ਭੁੱਖੇ ਜਾ ਨਹੀਂ ਸਕਦੇ ਹਨ। ਜੋ ਭੁੱਖ ਹੈ, ਆਪਾਂ ਨੂੰ ਭੁੱਖ ਲੱਗੀ ਹੋਈ ਹੈ ਤੇ ਉਹ ਭੁੱਖ ਬਰਦਾਸ਼ਤ ਨਹੀਂ ਹੁੰਦੀ। ਜਿਵੇਂ ਸਰੀਰ ਨੂੰ ਭੁੱਖ ਲੱਗੀ ਹੋਵੇ ਤੇ ਤੁਸੀਂ ਉਹ ਭੁੱਖ ਬਰਦਾਸ਼ਤ ਨਹੀਂ ਕਰਦੇ ਹੋ। ਜ਼ਿਆਦਾ ਲੱਗੀ ਹੋਵੇ ਤੇ ਆਦਮੀ ਖੋ ਕੇ ਵੀ ਖਾਣ ਨੂੰ ਤਿਆਰ ਹੋ ਜਾਂਦਾ ਹੈ, ਕਿਸੇ ਨੂੰ ਮਾਰ ਕੇ ਵੀ ਖਾਣ ਨੂੰ ਤਿਆਰ ਹੋ ਜਾਂਦਾ ਹੈ। ਜਦੋਂ ਭੁੱਖ ਇੰਨੀ ਜ਼ਿਆਦਾ ਲੱਗੀ ਹੋਵੇ ਵੀ ਜੀਵਨ ਹੁਣ ਬਚ ਹੀ ਨਹੀਂ ਸਕਦਾ ਕੁਛ ਖਾਧੇ ਤੋਂ ਬਗੈਰ, ਤੇ ਆਦਮੀ ਕੁਛ ਵੀ ਕਰ ਸਕਦਾ ਹੈ। ਇਵੇਂ ਹੀ ਜਿਹੜੀ ਅੰਦਰ ਦੀ ਭੁੱਖ ਹੈ, ਉਹ ਜਦੋਂ ਮਹਿਸੂਸ ਹੁੰਦੀ ਹੈ, ਲੱਗਦੀ ਹੈ, ਫਿਰ ਉਹ ਲੱਗਦੀ ਕਿਦੋਂ ਹੈ, ਉਹਦਾ ਪਤਾ ਕਿਵੇਂ ਲੱਗਦਾ ਹੈ? ਪਹਿਲੀ ਤਾਂ ਗੱਲ ਇਹ, ਜਿਨ੍ਹਾਂ ਨੂੰ ਫਿਰ ਪਤਾ ਲੱਗਾ ਸੀ ਨਾ, ਉਹਨਾਂ ਨੇ ਕਿਹਾ ਸੀ, ਹਮ ਪੀ ਖਕ ਪੇ ਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇ ਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤ। ਉਹਨਾਂ ਨੇ ਨਾਮ ਮੰਗਿਆ ਸੀ, ਉਹਨਾਂ ਨੂੰ ਭੁੱਖ ਲੱਗੀ ਹੋਈ ਸੀ। ਜਿਵੇਂ ਸਰੀਰ ਨੂੰ ਭੁੱਖ ਲੱਗੀ ਹੋਵੇ ਕੋਈ ਤੇ ਬਾਹਰ ਭੀਖ ਮੰਗਦਾ ਹੈ, ਭੁੱਖਾ ਹੈ, ਭਿਖਾਰੀ। ਇਹ ਤਿੰਨ ਤਰ੍ਹਾਂ ਦੀਆਂ ਭੁੱਖਾਂ ਹਨ। ਇੱਕ ਤੇ ਹੈ ਸਰੀਰਿਕ, ਇੱਕ ਹੈ ਮਾਨਸਿਕ, ਤੇ ਤੀਸਰੀ ਦਾ ਤੇ ਪਤਾ ਵੀ ਨਹੀਂ ਹੈ ਵੀ ਉਹ ਹੈ ਵੀ ਕਿ ਨਹੀਂ ਹੈ। ਤੇ ਇਹਨਾਂ ਦੋਹਾਂ ਨੂੰ ਪਹਿਲਾਂ ਸਮਝੋ। ਜਿਹੜੀ ਤਾਂ ਹੈ ਸਰੀਰਿਕ ਭੁੱਖ, ਇਹਦੀ ਸੀਮਾ ਹੈ, ਇਹ ਬੁੱਝ ਜਾਂਦੀ ਹੈ, ਮਿਟ ਜਾਂਦੀ ਹੈ। ਕਿੰਨਾ ਕੁ ਖਾਓਗੇ ਤੁਸੀਂ? ਭੋਜਨ ਮਿਲ ਗਿਆ ਇੱਕ ਵਾਰ, ਆਦਮੀ ਰੱਜ ਲੈਂਦਾ ਹੈ ਤੇ ਭੁੱਖ ਮਿਟ ਜਾਂਦੀ ਹੈ ਤੇ ਨਿਸ਼ਚਿੰਤ ਹੋ ਜਾਂਦਾ। ਕੁਝ ਸਮੇਂ ਵਾਸਤੇ ਤੇ ਹੁੰਦਾ ਹੀ ਹੈ ਨਾ, ਭੁੱਖ ਮਿਟ ਗਈ। ਦੂਸਰੀ ਹੈ ਮਾਨਸਿਕ ਭੁੱਖ। ਮਾਨਸਿਕ ਭੁੱਖ ਜਿਹੜੀ ਹੈ ਨਾ, ਇਹ ਨਹੀਂ ਮਿਟਦੀ। ਸਰੀਰਿਕ ਭੁੱਖ ਵਾਸਤੇ ਤੇ ਮੰਗਣਾ ਵੀ ਜਾਇਜ਼ ਹੈ, ਮੰਗਿਆ ਵੀ ਹੈ ਭਗਤਾਂ ਨੇ। ਪਿੱਛੇ ਆਪਾਂ ਗੱਲ ਕੀਤੀ ਸੀ ਨਾ, ਭਗਤ ਕਬੀਰ ਜੀ ਦਾ ਸ਼ਬਦ ਹੈ, ਭੁੱਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਲਈ। ਵੀ ਸਰੀਰ ਭੁੱਖਾ ਹੋਵੇ ਤੇ ਭਗਤੀ ਨਹੀਂ ਹੁੰਦੀ, ਸਰੀਰ ਭੁੱਖਾ ਹੋਵੇ ਤੇ ਭਗਤੀ ਨਹੀਂ ਹੁੰਦੀ। ਫਿਰ ਮਨ ਭੁੱਖਾ ਹੋਵੇ ਤੇ ਫਿਰ ਭਗਤੀ ਹੋ ਜਾਊਗੀ, ਫਿਰ ਜਵੇਂ ਹੀ ਨਹੀਂ ਹੁੰਦੀ। ਇਹ ਗੱਲ ਬਹੁਤ ਹੀ ਖਿਆਲ ਵਿੱਚ ਰੱਖਣ ਯੋਗ ਹੈ। ਸਰੀਰ ਭੁੱਖਾ ਹੋਵੇ ਤੇ ਭਗਤੀ ਨਹੀਂ ਹੁੰਦੀ, ਇਹ ਤੁਹਾਡੇ ਖਿਆਲ ਵਿੱਚ ਸਾਰਿਆਂ 'ਚ ਆ ਜਾਂਦੀ ਹੈ ਗੱਲ। ਪਰ ਮਨ ਭੁੱਖਾ ਹੋਵੇ ਤੇ ਫਿਰ ਜਵੇਂ ਹੀ ਨਹੀਂ ਹੁੰਦੀ, ਇਹ ਭਗਤੀ ਹੋ ਹੀ ਨਹੀਂ ਸਕਦੀ। ਫਿਰ ਮਨ ਜਿਹੜਾ ਹੈ ਸਦਾ ਹੀ ਭੁੱਖਾ ਹੈ, ਇਹ ਰੱਜਦਾ ਹੀ ਨਹੀਂ, ਇਹ ਤ੍ਰਿਪਤੀ ਨਹੀਂ ਹੁੰਦਾ। ਅਜੇ ਤੱਕ ਕਿਸੇ ਦਾ ਹੋਇਆ ਹੀ ਨਹੀਂ ਇਹ ਤ੍ਰਿਪਤ।
ਵੱਡੇ ਵੱਡੇ ਧਨਪਤੀ ਹੋਏ ਹਨ, ਲੱਖ ਜੋਰੇ ਕਰੋੜ ਤੋਰੇ, ਪਰੇ ਪਰੇ ਕੋ ਲੂਜੀ, ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ। ਕਿੱਥੇ ਬੁੱਝਦੀ ਹੈ? ਵੱਡੇ ਵੱਡੇ ਸਮਰਾਟ ਹੋ ਗਏ ਹਨ, ਵੱਡੇ ਵੱਡੇ ਧਨੀ ਹਨ, ਤੁਹਾਡੇ ਸਾਹਮਣੇ ਅਜੋਕੇ ਸਮੇਂ 'ਚ ਵੀ ਹਨ। ਉਹ ਬੈਠਦੇ ਹਨ ਕਿਤੇ? ਕਿਉਂਕਿ ਤ੍ਰਿਪਤ ਨਹੀਂ ਹੁੰਦਾ, ਮਨ ਭਰਦਾ ਨਹੀਂ ਹੈ। ਸਰੀਰ ਦਾ ਪੇਟ ਜਿਹੜਾ ਹੈ ਛੋਟਾ ਹੈ, ਮਨ ਦਾ ਪੇਟ ਬਹੁਤ ਵੱਡਾ ਹੈ। ਮਨ ਹੈ ਵੀ ਸਰੀਰ ਨਾਲੋਂ ਬੜਾ, ਤੇ ਭਰਦਾ ਹੀ ਨਹੀਂ ਹੈ। ਤੇ ਮਨ ਦੀ ਜਿੰਨਾ ਚਿਰ ਭੁੱਖ ਨਾ ਮਰੀ, ਜਿਵੇਂ ਸਰੀਰ ਭੁੱਖਾ ਹੈ ਤੇ ਭਜਨ ਨਹੀਂ ਹੁੰਦਾ ਹੈ, ਇਵੇਂ ਹੀ ਮਨ ਭੁੱਖਾ ਹੈ ਤੇ ਤਾਂ ਵੀ ਧਿਆਨ ਨਹੀਂ ਹੋਵੇਗਾ, ਤਾਂ ਵੀ ਸਾਧਨਾ ਨਹੀਂ ਹੋਵੇਗੀ। ਫਿਰ ਕਈਆਂ ਨੇ ਇਹ ਖਿਆਲ ਕੀਤਾ ਵੀ ਮਨ ਨੂੰ ਪਹਿਲਾਂ ਰਜਾ ਲਈਏ। ਕਈ ਇਹ ਵੀ ਸੋਚਦੇ ਹਨ, ਕਹਿੰਦੇ ਵੀ ਹਨ ਕਈ ਧਾਰਮਿਕ ਲੋਕ, ਪਹਿਲਾਂ ਮਨ ਨੂੰ ਰਜਾ ਲਓ, ਜੋ ਮਨ ਚਾਹੁੰਦਾ ਹੈ ਸਭ ਕੁਛ ਕਰ ਲਓ। ਪਰ ਖਿਆਲ ਵਿੱਚ ਰੱਖਿਓ, ਮਨ ਕਦੇ ਨਹੀਂ ਰੱਜਦਾ ਹੈ, ਇਹ ਵਹਿਮ ਹੈ। ਇਹ ਜਿੰਨੀ ਵਾਸ਼ਨਾ ਭੋਗੀ ਜਾਓ, ਇਹਦੀ ਵੱਧਦੀ ਜਾਂਦੀ ਚਾਹਤ। ਕਦੀ ਨਹੀਂ ਰੱਜਦਾ, ਕਿਸੇ ਚੀਜ਼ ਨਾਲ ਨਹੀਂ ਰੱਜਦਾ, ਇਹਦਾ ਸੁਭਾਅ ਐਸਾ। ਤੈਨੂੰ ਰਜਾ ਕੇ ਤੁਸੀਂ ਕਹਿ ਲਓ ਵੀ ਤ੍ਰਿਪਤ ਕਰ ਲਈਏ, ਨਹੀਂ ਹੋਵੇਗਾ। ਮਨ ਨੂੰ ਸਮਝ ਕੇ, ਜਾਣ ਕੇ ਵੀ ਇਹ ਤ੍ਰਿਪਤ ਨਹੀਂ ਹੋ ਸਕਦਾ ਹੈ। ਤੇ ਜਿਹੜਾ ਜਾਣ ਲੈਂਦਾ ਨਾ, ਇਹੋ ਹੀ ਰੋਜ਼ ਗੱਲ ਕੀਤੀ ਜਾਂਦੀ ਹੈ ਵੀ ਸੰਸਾਰ ਦੇ ਵਿੱਚ ਤੁਸੀਂ ਰੱਜ ਨਹੀਂ ਸਕਦੇ ਹੋ, ਤ੍ਰਿਪਤ ਨਹੀਂ ਹੋ ਸਕਦੇ ਹੋ, ਤ੍ਰਿਪਤੀ ਹੁੰਦੀ ਨਹੀਂ ਹੈ। ਇਹਨੂੰ ਜਾਣੋ, ਇਹ ਅਸੱਤ ਹੈ, ਝੂਠ ਹੈ, ਮਿਥਿਆ ਹੈ, ਮਰ ਰਿਹਾ ਹੈ। ਇਸੇ ਕਰਕੇ ਵਾਰ-ਵਾਰ ਕਿਹਾ ਜਾਂਦਾ ਹੈ ਵੀ ਇਹਦੇ ਵਿੱਚ ਤ੍ਰਿਪਤੀ ਹੋ ਹੀ ਨਹੀਂ ਸਕਦੀ। ਝੂਠ ਦੇ ਵਿੱਚ ਤ੍ਰਿਪਤੀ ਕਿਵੇਂ ਹੋਵੇਗੀ? ਪਹਿਲੀ ਤਾਂ ਗੱਲ ਇਹ ਵੀ, ਤੇ ਤ੍ਰਿਪਤੀ ਹੋ ਹੀ ਨਹੀਂ ਸਕਦੀ ਹੈ। ਤੇ ਜਿਹੜਾ ਇਹ ਜਾਣ ਲੈਂਦਾ ਹੈ ਨਾ ਵੀ ਮਨ ਦੀ ਤ੍ਰਿਪਤੀ ਨਹੀਂ ਹੋ ਜਾਂਦੀ, ਹੋ ਨਹੀਂ ਸਕਦੀ, ਮਨ ਤ੍ਰਿਪਤ ਨਹੀਂ ਹੋ ਸਕਦਾ, ਉਹ ਫਿਰ ਮਨ ਵੱਲੋਂ ਧਿਆਨ ਹਟਾ ਦਿੰਦਾ ਹੈ। ਤੇ ਜਿਹੜਾ ਮਨ ਵੱਲੋਂ ਧਿਆਨ ਹਟਾ ਦਿੰਦਾ ਹੈ ਨਾ, ਹੁਣ ਸਰੀਰ ਵੱਲੋਂ ਧਿਆਨ ਹਟ ਗਿਆ, ਸਰੀਰ ਰੱਜਿਆ ਹੋਇਆ ਹੈ। ਮਨ ਵੱਲੋਂ ਧਿਆਨ ਹਟ ਗਿਆ ਤੇ ਫਿਰ ਪਤਾ ਲੱਗਦਾ ਹੈ ਤੀਸਰੀ ਭੁੱਖ ਦਾ, ਜਿਹੜੀ ਆਤਮਾ ਦੀ ਭੁੱਖ ਹੈ। ਸਰੀਰ ਦੀ ਭੁੱਖ ਭੋਜਨ ਹੈ, ਮਨ ਦੀ ਭੁੱਖ ਵਾਸ਼ਨਾ ਹੈ, ਕਾਮਨਾ ਹੈ, ਚਾਹਤ ਹੈ। ਆਤਮਾ ਦੀ ਭੁੱਖ ਪ੍ਰੇਮ ਹੈ, ਸ਼ਰਧਾ ਹੈ, ਜਿਹਨੂੰ ਨਾਮ ਕਿਹਾ ਹੈ ਉਹ ਹੈ, ਇਸ ਕਰਕੇ ਨਾਮ ਮੰਗਿਆ ਹੈ। ਆਤਮਾ ਦੀ ਭੁੱਖ। ਤੇ ਜਦੋਂ ਮਨ ਕਰਕੇ ਵੀ ਆਦਮੀ ਸੰਸਾਰ ਵੱਲੋਂ ਤ੍ਰਿਪਤ ਹੋ ਗਿਆ, ਸੰਸਾਰ ਵੱਲੋਂ ਸੰਤੁਸ਼ਟ ਹੋ ਗਿਆ, ਉਹਨੂੰ ਕਿਹਾ ਹੈ ਸੰਤੋਖ ਰੱਖਣਾ ਹੈ। ਸੰਤੋਖ ਦਾ ਭਾਵ ਹੈ ਵੀ ਜੋ ਕੁਛ ਵੀ ਮਿਲਿਆ ਹੈ ਠੀਕ ਹੈ, ਮੈਨੂੰ ਸਵੀਕਾਰ ਹੈ, ਹੋਰ ਕੁਛ ਨਹੀਂ ਚਾਹੀਦਾ ਹੈ, ਕੋਈ ਵੀ ਚਾਹਤ ਨਹੀਂ ਹੈ ਹੁਣ, ਬਿਲਕੁਲ ਵੀ ਕਿਸੇ ਵੀ ਪੱਖ ਦੀ, ਨਾ ਗਿਆਨ ਦੀ, ਨਾ ਕੁਛ ਪਾਉਣ ਦੀ, ਨਾ ਕੁਛ ਹੋਣ ਦੀ, ਨਾ ਕੁਛ ਜਾਣਨ ਦੀ, ਕੋਈ ਵੀ ਚਾਹਤ ਨਹੀਂ। ਸੰਤੁਸ਼ਟ ਹੋ ਗਿਆ। ਜਦੋਂ ਸੰਤੁਸ਼ਟ, ਜਿਵੇਂ ਭੋਜਨ ਖਾ ਲਿਆ ਤੇ ਸਰੀਰ ਸੰਤੁਸ਼ਟ ਹੋ ਗਿਆ, ਇਹਦਾ ਮਨ ਵੀ ਜਦੋਂ ਸੰਤੁਸ਼ਟ ਹੋ ਜਾਂਦਾ ਹੈ ਨਾ, ਫਿਰ ਆਤਮਾ ਦੀ ਭੁੱਖ ਦਾ ਪਤਾ ਲੱਗਦਾ ਹੈ। ਕਿਉਂਕਿ ਆਤਮਾ ਦਾ ਸੁਭਾਅ ਜਿਹੜਾ ਹੈ ਨਾ, ਇਹ ਚੇਤਨ ਹੈ, ਇਹ ਚੇਤਨ ਵੱਲ ਨੂੰ ਖਿੱਚੀ ਜਾਂਦੀ ਹੈ। ਇਵੇਂ ਸਮਝ ਲਓ ਜੇ ਸਰੀਰ ਜੜ ਹੈ, ਸਥੂਲ ਹੈ, ਤੇ ਇਹਨੂੰ ਸਥੂਲ ਖਿੱਚਦਾ ਹੈ। ਧਰਤੀ 'ਚ ਕਸ਼ਿਸ਼ ਹੈ ਨਾ, ਗ੍ਰੈਵਿਟੇਸ਼ਨ, ਇਹ ਖਿੱਚਦੀ ਹੈ, ਇਹ ਸਥੂਲ ਨੂੰ ਖਿੱਚ ਰਹੀ। ਤਾਂ ਮਨ ਜਿਹੜਾ ਹੈ
ਇਹ ਥੋੜ੍ਹਾ ਜਿਹਾ ਸੂਖਸ਼ਮ ਹੈ। ਇਹਨੂੰ ਖਿੱਚਦੀਆਂ ਹਨ ਵਾਸ਼ਨਾਵਾਂ, ਕਾਮਨਾਵਾਂ, ਚਾਹਤਾਵਾਂ, ਇੱਛਾਵਾਂ ਸੰਸਾਰ ਦੀ। ਇਹਨੂੰ ਬਾਹਰੋਂ ਸੰਸਾਰ ਖਿੱਚਦਾ ਹੈ। ਸਰੀਰ ਨੂੰ ਧਰਤੀ ਖਿੱਚਦੀ ਹੈ, ਮਨ ਨੂੰ ਸੰਸਾਰ ਖਿੱਚਦਾ ਹੈ, ਸੰਸਾਰ ਦੀਆਂ ਵਾਸ਼ਨਾਵਾਂ, ਕਾਮਨਾਵਾਂ ਖਿੱਚਦੀਆਂ, ਪਰ ਆਤਮਾ ਨੂੰ ਪਰਮਾਤਮਾ ਖਿੱਚਦਾ ਹੈ। ਵੈਸੇ ਹੀ ਕਸ਼ਿਸ਼। ਤੇ ਜਿਵੇਂ ਸਰੀਰ ਦੀ ਭੁੱਖ ਨਾ ਰਵੇ ਤੇ ਭਜਨ ਹੁੰਦਾ ਹੈ, ਇਵੇਂ ਹੀ ਮਨ ਸੰਤੁਸ਼ਟ ਹੋਵੇਗਾ ਨਾ ਜਦੋਂ ਤੁਹਾਡਾ, ਉਦੋਂ ਹੀ ਮਨ ਸ਼ਾਂਤ ਹੋਵੇਗਾ। ਤੇ ਜਦੋਂ ਮਨ ਸ਼ਾਂਤ ਹੋਵੇਗਾ ਨਾ, ਫਿਰ ਆਤਮਾ ਆਪਣੇ ਆਪ ਹੀ ਪਰਮਾਤਮਾ ਵੱਲ ਜਾਵੇਗੀ। ਕਰਨ ਦੀ ਕੁਛ ਲੋੜ ਨਹੀਂ ਹੈ। ਧਾਰਮਿਕ ਲੋਕ ਬਹੁਤ ਸਾਧਨਾ ਕਰਦੇ ਹਨ, ਬਹੁਤ ਕੋਸ਼ਿਸ਼ ਕਰਦੇ, ਮਿਹਨਤ ਕਰਦੇ, ਪਰ ਕਿਸੇ ਨੂੰ ਨਹੀਂ ਪਤਾ ਹੈ ਵੀ ਕੋਸ਼ਿਸ਼ ਕੀਤਿਆਂ, ਮਿਹਨਤ ਕੀਤਿਆਂ ਨਹੀਂ, ਇਹ ਤਾਂ ਸਹਿਜ ਹੈ। ਸਹਿਜ, ਬਹੁਤ ਹੀ ਸਰਲ, ਸਹਿਜ ਸੁਭਾਏ ਹੋਵੇ ਸੋ ਹੋਏ। ਆਪਣੇ ਆਪ ਹੀ ਹੁੰਦਾ ਹੈ ਧਿਆਨ। ਧਿਆਨ ਕੀਤਾ ਥੋੜ੍ਹੀ ਜਾਂਦਾ ਹੈ। ਜਿਵੇਂ ਕਿਸੇ ਨਾਲ ਪ੍ਰੇਮ ਹੈ ਤੁਹਾਨੂੰ, ਤਾਂ ਤੁਸੀਂ ਆਪਣੇ ਆਪ ਹੀ ਉਹਦੇ ਵੱਲੋਂ ਖਿੱਚੇ ਜਾਓਗੇ, ਕੋਸ਼ਿਸ਼ ਦੁਆਰਾ ਥੋੜ੍ਹੀ ਜਾਓਗੇ। ਜੇ ਪ੍ਰੇਮ ਹੈ ਤਾਂ ਖਿੱਚੇ ਹੀ ਜਾਓਗੇ ਨਾ। ਇੱਦਾਂ ਹੀ ਆਤਮਾ ਜਿਹੜੀ ਹੈ ਨਾ, ਪਰਮਾਤਮਾ ਵੱਲ ਆਪਣੇ ਆਪ ਹੀ ਖਿੱਚੀ ਤੁਰੀ ਜਾਂਦੀ ਹੈ। ਤੇ ਫਿਰ ਖਿਆਲ ਵਿੱਚ ਰੱਖਿਓ, ਸਰੀਰ ਦੀ ਭੁੱਖ ਨਾ ਰਹੀ, ਫਿਰ ਮਨ ਦੀ ਭੁੱਖ ਨਾ ਰਹੀ, ਮਨ ਤ੍ਰਿਪਤ ਹੋ ਗਿਆ, ਸੰਤੁਸ਼ਟ ਹੋ ਗਿਆ, ਫਿਰ ਸ਼ਾਂਤ ਹੋਵੇਗਾ, ਫਿਰ ਆਪਣੇ ਆਪ ਹੀ ਧਿਆਨ ਹੋਵੇਗਾ। ਸਹਿਜ ਹੈ। ਵੀ ਵਾਸਤਵਿਕ ਭੁੱਖ ਜਿਹੜੀ ਆਤਮਾ ਦੀ ਹੈ ਨਾ, ਉਹ ਫਿਰ ਖੋਜਦੀ ਹੈ ਆਪਣੇ ਭੋਜਨ ਨੂੰ। ਆਤਮਾ ਦਾ ਭੋਜਨ ਪਰਮਾਤਮਾ ਹੈ, ਪਰਮਾਤਮਾ ਦਾ ਚਿੰਤਨ ਹੈ, ਪਰਮਾਤਮਾ ਦਾ ਨਾਮ ਹੈ, ਪਰਮਾਤਮਾ ਦਾ ਧਿਆਨ ਹੈ।